मेरा नाम जी रविंदरजीत सिंह है जी। ਕਿੰਨਾ ਦੀ ਮੌਤ ਹੋਈ ਆ? ਮੇਰੇ ਬ੍ਰਦਰ ਹੀ ਜੀ, ਉਹਨਾਂ ਦੀ ਡੈਥ ਹੋਈ ਆ। ਉਹਨਾਂ ਤੇ ਕੇਸ ਪਾਇਆ ਗਿਆ ਸੀ ਜੀ 2019 ਚ 9ਵੇਂ ਮਹੀਨੇ 4 ਤਰੀਕ ਨੂੰ। ਤਰਨਤਾਰਨ ਬੰਬ ਬਲਾਸਟ ਹੋਇਆ ਸੀਗਾ, ਉਹਨਾਂ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਗਿਆ ਸੀ। ਬਲਕਿ ਅਸੀਂ ਉੱਧਰ ਏਰੀਏ 'ਚ ਨਾ ਕਿਸੇ ਨੂੰ ਜਾਣਦੇ ਹਾਂ, ਨਾ ਕਦੀ ਵੀ ਗਏ ਵੀ ਨਹੀਂ ਆ ਉੱਧਰ ਨੂੰ। ਤੇ ਇਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਾ ਕੇ NIA ਨੇ ਸਾਡੇ ਨਾਲ ਧੱਕਾ ਕਰਕੇ ਇਹਨਾਂ ਨੂੰ ਵਿੱਚ ਬਕਾਇਦਾ ਇਹਨਾਂ ਦਾ ਨਾਮਜ਼ਦ ਕੀਤਾ ਵਿੱਚ, ਤੇ ਇਹਨਾਂ ਦੇ ਉੱਤੇ ਜਵਾਬਾ ਧਾਰਾ ਲਗਾ ਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ। ਇਹਨਾਂ ਦਾ ਜਿਹੜਾ ਕੇਸ ਸੀਗਾ ਸਪੈਸ਼ਲ ਕੋਰਟ ਏਜੰਸੀ ਨੇ NIA ਮੋਹਾਲੀ 76 ਸੈਕਟਰ ਉੱਥੇ ਚੱਲਦਾ ਸੀਗਾ। ਉੱਥੇ ਇਹਨਾਂ ਦੀ 2 ਸਾਲ ਹੋ ਗਈ। ਇੱਕ ਵਾਰ ਪੇਸ਼ੀ ਹੋਈ ਸੀ, ਉਦੋਂ ਦੇ ਮੈਡੀਕਲ 'ਤੇ ਸੀ ਗੁਰੂ ਨਾਨਕ ਦੇਵ ਹਸਪੀਟਲ। ਇਹਨਾਂ ਨੇ ਹੁਣ ਜਿਹੜੇ ਆਪਣੇ ਜੇਲ੍ਹ ਸੁਪਰਡੈਂਟ ਆਏ ਨੇ ਵੱਡੇ ਮੇਨ ਜਿਹੜੇ ਨੇ, ਮੈਨੂੰ ਨਾਮ ਤੇ ਉਹਨਾਂ ਦਾ ਨਹੀਂ ਪਤਾ, ਉਹਨਾਂ ਨੇ ਇਹਨਾਂ ਨੂੰ ਜਿੱਦਣ ਹੁਣ 2 ਤਰੀਕ ਨੂੰ ਇਸ ਮਹੀਨੇ ਇਹਨਾਂ ਨੂੰ ਇੱਥੋਂ ਡਾਕਟਰ ਸਾਹਿਬ ਨੇ PGI ਰੈਫਰ ਕੀਤਾ ਸੀਗਾ। ਜਿਹੜੀ ਸਿਹਤ ਸੀ ਇਹਨਾਂ ਦੀ ਕਾਫੀ ਸੀਰੀਅਸ ਸੀਗੀ, ਉਹਦੇ ਚਲਦਿਆਂ ਉਹਨਾਂ ਨੇ PGI ਭੇਜਿਆ ਸੀਗਾ। PGI ਕੋਈ ਬੈੱਡ ਖਾਲੀ ਨਾ ਹੋਣ ਦੀ ਵਜ੍ਹਾ ਕਾਰਨ ਇਹਨਾਂ ਨੂੰ ਵਾਪਸ ਫਿਰ ਗੁਰੂ ਨਾਨਕ ਹਸਪੀਟਲ ਲਈ ਐਡਮਿਟ ਰਹਿਣ ਲਈ ਕਿਹਾ ਗਿਆ ਸੀਗਾ। ਅਤੇ ਬਲਕਿ ਜੋ ਗਾਰਡ ਦੇ ਨਾਲ ਇੰਸਪੈਕਟਰ ਸਾਹਿਬ ਗਏ ਸੀਗੇ, ਉਹਨਾਂ ਨੇ ਇੱਥੇ ਲਿਆਉਣ ਦੀ ਬਜਾਏ ਇਹਨਾਂ ਨੂੰ ਜੇਲ੍ਹ 'ਚ ਜਮ੍ਹਾਂ ਕਰਵਾ ਕੇ ਤੇ ਆਪ ਫ੍ਰੀ ਹੋ ਗਏ। ਅਤੇ ਮੈਂ ਆਪਣੇ ਜਿਹੜੇ ਸੁਪਰਡੈਂਟ ਸਾਹਿਬ ਨੇ ਮੇਨ ਵੱਡੇ ਜਿਹੜੇ ਨੇ, ਹੁਣ ਉਹਨਾਂ ਦਾ ਨਾਮ ਨਹੀਂ ਪਤਾ ਮੈਨੂੰ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਦੀ ਜਿਹੜੀ ਕਸਟਡੀ ਆ, ਜਦੋਂ ਦਾ ਕੇਸ ਪਿਆ ਵਾ ਇਹ ਬਾਹਰ ਹੀ ਆ, ਅਤੇ ਇਹਦੀ ਕਸਟਡੀ ਇੱਥੇ ਪਾਈ ਜਾਵੇ, ਇਹਨੂੰ ਅੰਦਰ ਰੱਖਿਆ ਜਾਵੇ। ਬਲਕਿ ਉਹਦੀ ਸਿਹਤ ਅਤੇ ਕੋਰਟ ਵੱਲੋਂ ਆਰਡਰ ਵੀ ਸੀਗੇ, NIA ਕੋਰਟ ਵੱਲੋਂ ਸਪੈਸ਼ਲ ਆਰਡਰ ਸੀਗੇ ਵੀ ਇਹਨੂੰ ਅੰਦਰ ਨਾ ਰੱਖਿਆ ਜਾਵੇ, ਇਹਦਾ ਇਲਾਜ ਕਰਾਇਆ ਜਾਵੇ। ਇਹਨਾਂ ਨੇ ਇਹ ਸਭ ਕੁਝ ਨੂੰ ਅਣਦੇਖਿਆ ਕਰਦਿਆਂ ਆ ਇਹ ਮਲਕੀਤ ਸਿੰਘ ਨੂੰ ਅੰਦਰ ਰੱਖਿਆ। ਬਲਕਿ ਕੱਲ੍ਹ 4 ਤਰੀਕ ਨੂੰ ਉੱਥੇ ਇਹਨਾਂ ਦੀ ਪੇਸ਼ੀ ਵੀ ਸੀਗੀ ਚੰਡੀਗੜ੍ਹ ਆਪਣੀ ਮੋਹਾਲੀ ਕੋਰਟ NIA। ਉੱਥੇ ਜੱਜ ਸਾਹਿਬ ਨੂੰ VC 'ਤੇ ਕਿਹਾ ਗਿਆ ਵੀ ਇਹਨਾਂ ਨੂੰ ਗੁਰੂ ਨਾਨਕ ਹਸਪੀਟਲ ਸਵੇਰੇ 10 ਵਜੇ ਭੇਜ ਦਿੱਤਾ ਗਿਆ ਵਾ। ਬਲਕਿ ਇਹਨਾਂ ਦੀ ਜਿਹੜੀ ਫਾਈਲ ਵਾ ਉਹਦੇ ਉੱਤੇ ਟਾਈਮ ਜਿਹੜਾ ਲਿਖਿਆ ਹੋਇਆ ਵਾ ਉਹ ਰਾਤ ਦਾ 11:35 ਦਾ ਆ। ਕਿ ਉਹਨਾਂ ਦਾ ਡਾਕਟਰ ਸਾਹਿਬ ਦਾ ਕਹਿਣਾ ਵਾ ਵੀ ਇਹ 11:20-25 'ਤੇ ਸਾਡੇ ਕੋਲ ਇੱਥੇ ਲੈ ਕੇ ਆਏ ਆ। ਅਤੇ ਜਿਹੜੀ ਇਹਨਾਂ ਦੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਕਿ ਮਾੜੀ ਸੀਗੀ। ਅਸੀਂ ਉਹਨਾਂ ਨੂੰ ਸਾਹ ਜਿਹੜਾ ਸੀ ਉਹ 20% ਤੋਂ ਵੀ ਘੱਟ ਆ ਰਿਹਾ ਸੀਗਾ। ਅਸੀਂ ਪੈਪ ਜਿਹੜੀ ਸਾਹ ਵਾਲੀ ਨਾਲੀ ਸੀਗੀ ਉਹ ਅਸੀਂ ਪਾਉਂਦੇ ਪਏ ਸੀਗੇ ਉਹਨਾਂ ਦੇ ਸਾਹ ਵਾਸਤੇ, ਅਤੇ ਉਹਨਾਂ ਦੀ ਉਸ ਦੌਰਾਨ ਹੀ ਡੈਥ ਹੋ ਗਈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆਪਣੀ ਪ੍ਰਸ਼ਾਸਨ ਆ, ਜੇਲ੍ਹ ਪ੍ਰਸ਼ਾਸਨ, ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਅਤੇ ਅਸੀਂ ਮਾਨਯੋਗ ਹਾਈ ਕੋਰਟ ਤੋਂ ਜਾਂ ਆਪਣੇ CM ਸਾਹਿਬ ਤੋਂ ਮੰਗ ਕਰਦੇ ਹਾਂ ਕਿ ਇਸ ਕੇਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਕਰਾਈ ਜਾਵੇ, ਜੋ ਕਿ ਸਾਨੂੰ ਇਨਸਾਫ ਮਿਲ ਸਕੇ, ਮੇਰੇ ਭਰਾ ਨੂੰ ਇਨਸਾਫ ਦਿਵਾਇਆ ਜਾਵੇ। ਕੀ ਨਾਂ ਸੀ ਤੇ ਉਮਰ ਕਿੰਨੀ ਸੀ ਇਹਨਾਂ ਦੀ? ਉਮਰ ਨਾਮ ਉਹਨਾਂ ਦਾ ਮਲਕੀਤ ਸਿੰਘ ਸ਼ੇਰਾ ਸੀਗਾ। ਉਮਰ ਉਹਨਾਂ ਦੀ 28 ਸਾਲ ਸੀਗੀ। ਤੇ ਸ਼ਾਦੀशुदा ਕੋਈ? ਨਹੀਂ, ਸ਼ਾਦੀ ਨਹੀਂ ਸੀ। ਜਦੋਂ ਕੇਸ ਪਿਆ ਵਾ 10 ਦਿਨ ਬਾਅਦ ਉਹਨਾਂ ਦੀ ਸ਼ਾਦੀ ਸੀਗੀ, ਪਰ ਉਹ ਇੱਦਾਂ ਹੀ ਵੀ ਜ਼ਮਾਨਤ ਦੇ ਤੌਰ 'ਤੇ ਜੇ ਆਉਂਦੇ ਤਾਂ ਆਪਾਂ ਜ਼ਰੂਰ ਉਹਨਾਂ ਦੀ ਸ਼ਾਦੀ ਕਰਦੇ, ਪਰ ਹੁਣ ਤਾਂ ਅਸੀਂ ਜੋ ਵੀ ਇਹਨਾਂ ਬਾਰੇ ਹੁਣ ਤੱਕ ਅਸੀਂ ਮਤਲਬ ਵੇਖਿਆ ਤੇ ਸੋਚਿਆ, ਇਹ ਬੰਦੇ ਇਨਸਾਨ ਇੱਕ ਇਹੋ ਜਿਹੇ ਇਨਸਾਨ ਹੈਗੇ। ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਤੇ ਇਹਨਾਂ ਨੇ ਦਰਬਾਰ ਸਾਹਿਬ ਜਾਣਾ ਵਾ, ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਇਹਨਾਂ ਨੇ ਰੋਜ਼ ਹੀ ਵਾਪਸ ਆਉਣਾ। ਇਹਨਾਂ ਦਾ ਕੋਈ ਕਰੀਬਨ ਸਾਡਾ ਮਿਲਾਪ ਜਿਹੜਾ ਮਨੇਰੇ 4-5 ਵਜੇ ਹੁੰਦਾ ਹੈਗਾ, ਤੇ 4 ਵਜੇ ਸ਼ਾਮੀ ਜਾਂਦੇ ਸੀਗੇ। ਤੇ ਮਤਲਬ ਮਹਾਰਾਜ ਦੇ ਜਿੱਥੇ ਪ੍ਰਕਾਸ਼ ਹੁੰਦਾ ਉੱਥੋਂ ਦੀ ਪੂਰੀ ਸੇਵਾ ਕਰਦੇ ਸੀਗੇ। ਸੇਵਾ ਕਰਕੇ ਤੇ ਇਹ ਵਾਪਸ ਜਿਹੜੇ ਆ ਕੋਈ ਕਰੀਬਨ ਸਾਨੂੰ ਇਹਨਾਂ ਦਾ ਮਿਲਾਪ ਜਿਹੜਾ ਇਹ ਹੁੰਦਾ ਹੈਗਾ। ਬਾਕੀ ਉੱਥੇ ਜਿਹੜੀ ਇਹਨਾਂ ਦੀ ਟੀਮ ਇਨਵੈਸਟੀਗੇਸ਼ਨ ਵਾਸਤੇ ਆਈ ਵੀ ਆ, ਮੈਂ ਨਾਲ ਹੀਗਾ,
ਇਹਨਾਂ ਦੇ ਘਰੋਂ ਕੁਝ ਵੀ ਚੀਜ਼ ਨਹੀਂ ਮਿਲੀ। ਕਿਹੜੇ ਕੇਸ ਦੇ ਵਿੱਚ ਇਹਨਾਂ ਨੂੰ ਜੇਲ੍ਹ ਹੋਈ ਸੀ? ਇਹਨਾਂ ਨੂੰ ਕੇਸ ਜਿਹੜਾ ਇਹਨਾਂ ਤੇ ਮਤਲਬ ਪਾਇਆ ਗਿਆ ਸੀਗਾ, ਇਹ ਜਿਹੜਾ ਕੋਈ ਵੀ ਮੈਂ ਇਹਨਾਂ ਨੂੰ ਕਹਿਣਾ ਕਿ ਇਹ ਗਲਤ ਕੇਸ ਸੀਗਾ। ਕਿਹੜਾ ਸੀ ਇਹ ਕੇਸ? ਪਿੰਡ ਇਹ ਜਿਹੜਾ ਮਤਲਬ ਇਹਨਾਂ ਤੇ ਕੋਈ ਮੇਰਾ ਬਾਦਲਾਂ ਦਾ ਕੋਈ ਕੇਸ ਸ਼ਾਇਦ ਪਾਇਆ ਹੈਗਾ ਤੇ ਉਹਨਾਂ ਨੂੰ ਮਾਰ ਮਤਲਬ ਬਲਾਸਟ ਦਾ ਕੇਸ ਸੀਗਾ ਜਿਹੜਾ ਇਹਨਾਂ ਨੇ ਉੱਥੇ ਤਰਨਤਾਰਨ ਹੋਇਆ ਹੈਗਾ। ਕਿੰਨੇ ਬੰਦੇ ਦੀ ਮੌਤ ਹੋਈ ਸੀ? ਹਾਂਜੀ ਉੱਥੇ ਮੇਰੇ ਖਿਆਲ 4-5 ਬੰਦੇ ਹੈਗੇ ਹੈ ਦੋ ਬੰਦੇ ਹੋਏ। ਠੀਕ ਹੈ। ਹਾਂ ਉਹਦੇ ਵਿੱਚ ਮਤਲਬ ਕਿ ਜਿਹੜਾ ਇਹਨਾਂ ਦੇ ਕੇਸ ਪਾਇਆ ਉੱਥੇ ਤਾਂ ਪਹਿਲੀ ਗੱਲ ਤੇ ਸਾਡੇ ਕੋਈ ਕਿਸੇ ਦਾ ਉੱਥੇ ਜਾਣ ਆਉਣਾ ਹੈ ਹੀ ਨਹੀਂਗਾ। ਅਸੀਂ ਇਹ ਕੇਸ ਦੇ ਵਿੱਚ ਗਏ ਵੀ ਸੀਗੇ ਤੇ ਉਹ ਕਹਿੰਦੇ ਸੀ ਕਿ ਮਤਲਬ ਕਿ ਇਹ ਜਿਹੜਾ ਵਾ ਇਹ ਜੋ ਕੇਸ ਹੁਣ ਚੱਲ ਚੁੱਕਾ ਵਾ, ਇਹ ਜਿਹੜਾ ਇਹ ਸੈਂਟਰ 'ਚ ਚੱਲ ਗਿਆ ਕਿੰਨੀ ਕੇਸ। ਦੇਰ ਹੋ ਗਈ ਜੇਲ੍ਹ ਗਿਆ? ਕਿੰਨੀ ਦੇਰ ਹੋ ਗਈ ਸੀ ਇਹਨਾਂ ਨੂੰ? ਉਹਨਾਂ ਨੂੰ ਕਰੀਬਨ 2 ਸਾਲ ਹੋ ਗਏ ਸੀ ਜੇਲ੍ਹ ਦੇ ਵਿੱਚ ਗਿਆ। ਹਾਂਜੀ ਤੇ ਉਹ ਰਹੇ ਹਮੇਸ਼ਾ ਉਹ ਇੱਥੇ ਹੀ ਆਪਣਾ ਗੁਰੂ ਨਾਨਕ ਹਸਪਤਾਲ ਵੀ ਰਹੇ ਆ। ਤਬੀਅਤ ਠੀਕ ਨਹੀਂ ਸੀ ਹਾਂ ਰਹਿੰਦੀ? ਤਬੀਅਤ ਉਹਨਾਂ ਦੀ ਮਤਲਬ ਸ਼ੂਗਰ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੁੰਦੀ ਅੱਛਾ। ਤੇ ਕੋਈ ਹਾਰਟ ਦਾ ਵੀ ਨੁਕਸ ਸੀਗਾ ਤੇ ਇਹ ਕਰਕੇ ਜਿਹੜੇ ਪਹਿਲੇ ਸੀਗੇ ਅਫਸਰ ਉਹਨਾਂ ਨੇ ਉਹਨਾਂ ਨੂੰ ਇੱਥੇ ਹਮੇਸ਼ਾ ਦਾਖਲ ਕਰਨ ਵਾਸਤੇ ਰੱਖਿਆ ਸੀ। ਕੋਈ ਨਵਾਂ ਕੋਈ ਅਫਸਰ ਕੋਈ ਬਦਲੀ ਹੋ ਕੇ ਆਇਆ ਸੁਣਨ ਵਿੱਚ ਆਇਆ ਵਾ ਕਿ ਉਹਨਾਂ ਨੇ ਉਹਦੇ ਤੇ ਥੋੜੀ ਜਿਹੀ ਪਾਬੰਦੀ ਲਾਈ ਆ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਆ। ਜ਼ਿੰਮੇਵਾਰ ਕੌਣ ਹੈ ਜੀ ਉਹਦਾ? ਜ਼ਿੰਮੇਵਾਰ ਇਹ ਪ੍ਰਸ਼ਾਸਨ ਹੀ ਆ, ਜਿਨ੍ਹਾਂ ਨੇ ਮਤਲਬ ਕਿ ਨਵੇਂ ਜਿਹੜੇ ਆਏ ਆ ਉਹ ਜ਼ਿੰਮੇਵਾਰ ਉਹੀ ਹੋ ਸਕਦੇ ਆ। ਨਾਮ ਕੀ ਸੀ? ਕਿੰਨੀ ਉਮਰ ਸੀ ਉਹਨਾਂ ਦੀ? ਨਾਮ ਉਹਦਾ ਸ਼ੇਰ ਸਿੰਘ ਹੈਗਾ ਜੀ, ਉਮਰ 28 ਕੁ ਸਾਲ ਹੈਗੀ। ਇਹਨਾਂ ਦਾ ਕੋਈ ਕੇਸ ਹੈਗਾ? ਕੋਈ ਕੇਸ ਨਹੀਂ ਉੱਤੇ, ਸਾਫ਼ ਬੰਦਾ ਸੀ ਬਿਲਕੁਲੋਂ। ਰੱਬ ਦਾ ਨਾਮ ਲੈਣਾ 24 ਘੰਟੇ, ਇਹ ਨਹੀਂ ਕਿ 24 ਘੰਟੇ ਰੱਬ ਦਾ ਨਾਮ ਲੈਣ ਵਾਲਾ। ਹੁਣ ਕੀ ਮੰਗ ਕਰਦੇ? ਉਹਨਾਂ ਦੇ ਨਾਲ ਕਿਸੇ ਹੋਰ ਵੀ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਸੀ ਇਸੇ ਕੇਸ ਵਿੱਚ, ਬੰਬ ਦੇ ਵਿੱਚ? ਉਹਨਾਂ ਦੇ ਵਿੱਚ ਮੇਰਾ ਖਿਆਲ ਹੋਰ ਵੀ ਹੈਗੇ ਸੀ, 1-2 ਬੰਦੇ ਹੈਗੇ ਸੀਗੇ ਤੇ ਜਿਨ੍ਹਾਂ ਨੂੰ ਮਤਲਬ ਕਿ ਇਹਨਾਂ ਨੇ ਮਤਲਬ ਅਰੈਸਟ ਕੀਤਾ ਸੀਗਾ। ਠੀਕ ਹਾਂ ਵਕੀਲ ਸਾਹਿਬ ਨੂੰ ਡੀਸੀ ਦੇ ਹਾਂਜੀ ਸਰ, ਕੀ ਨਾਮ ਆ ਆਪਣਾ? ਜਿਹੜੀ ਅੱਜ ਘਟਨਾ ਵਾਪਰੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜੋ ਸਾਡਾ ਵੀਰ ਮਲਕੀਤ ਸਿੰਘ ਸੀ ਉਰਫ ਸ਼ੇਰ ਸਿੰਘ, ਇਹਨਾਂ ਦਾ ਇਲਾਜ ਚੱਲਦਾ ਸੀਗਾ ਕਿਉਂਕਿ ਇਹ ਬੰਦੀ ਸਿੰਘਾਂ ਦੇ ਵਿੱਚ ਸੀਗੇ ਤੇ ਕਿਸੇ ਕੇਸ ਦੇ ਵਿੱਚ ਪਹਿਲਾਂ ਜੇਲ੍ਹ 'ਚ ਬੰਦ ਸੀਗੇ, ਫਿਰ ਇਹਨਾਂ ਨੂੰ ਇਲਾਜ ਅਧੀਨ ਹੀ ਰੱਖਿਆ ਗਿਆ ਸੀ ਜ਼ਿਆਦਾ ਟਾਈਮ। ਤੇ ਜਿਹੜੇ ਨਵਾਂ ਸੁਪਰਡੈਂਟ ਜੇਲ੍ਹ ਦੇ ਵਿੱਚ ਆਇਆ ਉਹਨਾਂ ਨੇ ਕਸਟਡੀ ਪੂਰੀ ਕਰਨ ਲਈ ਜੇਲ੍ਹ ਸੱਦਿਆ ਸੀ ਤੇ ਉੱਥੇ ਇਹਨਾਂ ਦਾ ਇਲਾਜ ਰੋਕ ਦਿੱਤਾ ਸੀ, ਜਿਹਦੇ ਕਰਕੇ ਉਹਨਾਂ ਦੀ ਇਹ ਡੈਥ ਹੋਈ ਵੀ ਆ। ਸਰ ਕਸਟਡੀ ਜ਼ਿਆਦਾ ਜ਼ਰੂਰੀ ਸੀ ਕਿ ਜਾਂ ਉਸ ਦਾ ਵੀਰ ਦਾ ਇਲਾਜ ਕਰਾਉਣਾ ਜ਼ਿਆਦਾ ਜ਼ਰੂਰੀ ਸੀ? ਸਾਡੇ ਲਈ ਇਲਾਜ ਜ਼ਰੂਰੀ ਆ ਬਾਈ ਜੀ, ਉਹਨਾਂ ਲਈ ਕਸਟਡੀ ਜ਼ਰੂਰੀ ਹੋਊਗੀ ਤੇ ਹੁਣ ਉਹਨਾਂ ਦੇ ਸਾਰਾ ਕੁਝ ਸਿੱਟਾਂਗੇ ਨਾ, ਕਿਉਂਕਿ ਇੱਕ ਸਿੰਘ ਦੇ ਜੇ ਨਾ ਹੋਣ ਨਾਲ ਤੇ ਜੇ ਹੁਣ ਅੱਜ ਸਿੰਘ ਚੜ੍ਹਾਈ ਕਰ ਗਿਆ ਦੁਨਿਆਵੀ ਤੌਰ ਤੇ ਕੀ ਕਸਟਡੀ ਪੂਰੀ ਹੋ ਗਈ ਉਹਨਾਂ ਦੀ? ਇੱਕ ਸਾਡਾ ਸਿੰਘ ਤਾਂ ਗਿਆ ਨਾ, ਇਹਦੇ ਕਰਕੇ ਜੇਲ੍ਹ ਸੁਪਰਡੈਂਟ ਤੇ ਜਿਹੜੀ ਹੈਗੀ ਬਣਦੀ ਕਾਰਵਾਈ ਕਰਾਵਾਂਗੇ। ਵਕੀਲ ਸਾਹਿਬ ਨਾਲ ਗੱਲ ਹੋਈ ਸੀਗੀ, ਉਹ ਜਿਵੇਂ ਕਹਿਣਗੇ ਉਸ ਹਿਸਾਬ ਨਾਲ ਪਰਿਵਾਰ ਨਾਲ ਆ ਤੇ ਜੋ ਬਣੂਗੀ ਕਾਰਵਾਈ ਉਹ ਜ਼ਰੂਰ ਕਰਾਵਾਂਗੇ, ਹਟਦੇ ਨਹੀਂ ਹੈਗੇ ਬਈ ਪਿੱਛੇ। ਤੁਸੀਂ ਸਮਝਦੇ ਜੇ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਕਰਕੇ ਜਿਹੜਾ ਗਾਇਆ ਇਹ ਚੀਜ਼ ਹੋਈ ਹੈ ਜੀ? ਬਾਈ ਜੀ ਉਹ ਪ੍ਰਸ਼ਾਸਨ ਤਾਂ ਦੁਸ਼ਮਣ ਹੀ ਆ ਸਿੱਖਾਂ ਦਾ। ਇਹ ਜਿਹੜੀ ਹੋਈ ਆ ਡੈਥ ਹੋਈ ਹੈ ਤਾਂ ਸਿੱਖਾਂ ਦੇ ਕਰਕੇ ਹੀ ਹੋਈ ਆ। ਇਲਾਜ ਨਹੀਂ ਕਰਾਉਂਦੇਗੇ, ਕੋਈ ਪਿੱਛੇ ਨਹੀਂ ਪੈਰਵਾਈ ਨਹੀਂ ਕਰਦਾ। ਮੌਤ ਤਾਂ ਜੇ ਕਹਿ ਦਈਏ ਸ਼ੇਰ ਸਿੰਘ ਦੀ ਇਲਾਜ ਪੱਖੋਂ ਹੀ ਹੋਈ ਆ, ਇਲਾਜ ਨਹੀਂ ਹੋਇਆ ਤੇ ਸਿੱਖਾਂ ਕੋਲ ਇੰਨਾ ਵੀ ਪੈਸਾ ਨਹੀਂ ਸੀਗਾ ਵੀ ਸ਼ੇਰ ਸਿੰਘ ਨੂੰ PGI ਜਾਂ ਮੈਕਸ ਹਸਪੀਟਲ ਤਕੜੇ ਹਸਪੀਟਲ 'ਚ ਰੱਖ ਕੇ ਉਹਦਾ ਇਲਾਜ ਹੀ ਕਰਾ ਲੈਂਦੇ। ਕਸਟਡੀ ਵੀ ਪੂਰੀ ਹੋ ਜਾਂਦੀ, ਸਾਡਾ ਸਿੰਘ ਵੀ ਬਚ ਜਾਂਦਾ। ਡੈਥ ਤਾਂ ਸਿੰਘ ਦੀ ਇਲਾਜ ਵੱਲੋਂ ਹੀ ਹੋਈ ਆ ਨਾ। ਇਸ ਕਰਕੇ ਜਿਹੜੀਆਂ ਜਥੇਬੰਦੀਆਂ ਜਾਂ ਕਮੇਟੀਆਂ ਐਵੇਂ ਬਣੀਆਂ ਫਿਰਦੀਆਂ ਨਾ, ਉਹਨਾਂ ਦਾ ਕੋਈ ਹੈ ਨਹੀਂ ਗਾ ਲੜ ਸਿਰਾਗਾ। ਜਿੰਨਾ ਚਿਰ ਵਾਹ ਬੰਦੇ ਦੀ ਉਹਨਾਂ ਚਿਰ ਪਿੱਛੇ ਰਹਿੰਦੇ, ਜਦੋਂ ਕੋਈ ਭੀੜ ਪੈ ਜਾਂਦੀ ਬਈ ਪਿੱਛੇ ਹਟ ਜਾਂਦੇ ਆ। ਵੀ ਜੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਿਹੜਾ ਇਸ ਕੇਸ ਵਿੱਚ ਜਿਹੜਾ ਫਸਾਇਆ ਗਿਆ ਹੈਗਾ ਇਹਦੇ ਵਿੱਚ ਉਹਨਾਂ ਦਾ ਕੋਈ ਸ਼ਮੂਲੀਅਤ ਨਹੀਂ ਸੀ, ਕੋਈ ਹੈਗੀ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਾਣ ਕੇ ਤੰਗ ਪਛਾਣ ਕੀਤਾ ਜਾਂਦਾ ਜੀ? ਨਹੀਂ, ਇਹ ਪਰਿਵਾਰ ਨੇ ਕਿਹਾ ਵਾ, ਚਲੋ ਸਾਨੂੰ ਤਾਂ ਨਹੀਂ ਪਤਾ ਹੈਗਾ ਤੇ ਜੇ ਹੋਊਗੀ ਵੀ ਸਾਡਾ ਤਾਂ ਸਿੰਘ ਹੀ ਆ ਬਈ, ਸਾਡਾ ਤਾਂ ਭਰਾ ਹੀ ਆ। ਜੇ ਹੋਊਗੀ ਵੀ ਤਾਂ ਉਹਦੀ ਕਿਸੇ ਕਾਰਜ ਕਰਕੇ ਹੀ ਹੋਊਗੀ, ਉਹਦੀ ਨਿੱਜੀ ਜ਼ਮੀਨ ਜਾਇਦਾਦ ਕਰਕੇ ਤਾਂ ਹੈ ਨਹੀਂ, ਪੰਥਕ ਮਸਲਾ ਹੀ ਹੋਊਗਾ ਕੋਈ। ਜੇ ਹੋਊਗੀ ਵੀ ਅਸੀਂ ਤਾਂ ਕਹਿੰਦੇ ਆ ਕੋਈ ਚੱਕਰ ਨਹੀਂ ਬਾਈ ਜੀ, ਹੋਊਗੀ ਤਾਂ ਵੀ ਚੜ੍ਹਦੀ ਕਲਾ ਹੀ ਆ, ਸਿੰਘ ਚੜ੍ਹਦੀ ਕਲਾ 'ਚ ਹੀ ਰਹਿਣਗੇ। ਵੈਸੇ ਉਹਨਾਂ ਦੀ ਡੈਥ ਹੋਈ ਆ ਲੋਕਾਂ ਦੇ ਹਿਸਾਬ ਨਾਲ ਡੈਥ ਹੋ ਗਈ ਉਹਨਾਂ ਦੀ, ਪਰ ਸਾਡਾ ਭਰਾ ਹੀ ਸੀ ਤੇ ਸਾਡੇ ਲਈ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਆ, ਸਾਡੇ ਨਾਲ ਹੀ ਜਿਉਂਦਾ ਜਾਗਦਾ ਤੁਰਿਆ ਫਿਰਦਾ। ਲੋਕ ਜੋ ਮਰਜ਼ੀ ਕਹੀ ਜਾਣ, ਪਰ ਇਹਦੇ ਵਿੱਚ ਪ੍ਰਸ਼ਾਸਨ ਦੀ ਉਹਦੀ ਗਲਤੀ ਸੁਪਰਡੈਂਟ ਦੀ। ਸਿੱਖ ਜਥੇਬੰਦੀਆਂ ਕੀ ਮੰਗ ਕਰਦੀਆਂ? ਉਹ ਬਾਈ ਜੀ ਮੰਗ ਤਾਂ ਮੰਗਤਿਆਂ ਦੀ ਹੁੰਦੀ, ਬਰੋਬਰਦਿਆਂ ਦੇ ਤਾਂ ਹੱਕ ਹੁੰਦੇ ਆ, ਉਹ ਜਦੋਂ ਮੌਕਾ ਆਇਆ ਲੈ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਕਿਸ ਚੀਜ਼ ਦੀ ਡਿਊਟੀ ਲੱਗੀ ਸਰ? ਤੁਸੀਂ ਵਰਦੀ ਪਾ ਕੇ ਖੜੇ ਜੇ, ਡਿਊਟੀ ਕਿਹੜੀ ਲੱਗੀ ਆ? ਐ ਨਹੀਂ ਲੱਗੀ ਤੇ ਕਿਹੜੀ ਲੱਗੀ ਆ? ਇੱਥੇ ਕੀ ਕਰਦੇ ਪਏ ਆਪਾਂ? ਹਾਂਜੀ ਅਸੀਂ ਦੱਸ ਦੋ, ਦੋ ਲੈਣਾ ਕੀ ਮੰਗ? ਦੋ ਲੈਣਾ ਕਿ ਭਾਜੀ ਤੁਸੀਂ ਕੀ ਕਰ ਰਹੇ? ਤੁਹਾਡੀ ਡਿਊਟੀ ਕਿਹੜੀ ਲੱਗੀ ਆ ਜੀ? ਅਫਸਰਾਂ ਨੂੰ ਕਿਹੜੀ ਡਿਊਟੀ ਲਗਾਈ ਗਈ ਤੁਹਾਡੀ 'ਚ? ਇਹ ਦੱਸ। ਇਹਨਾਂ ਤੇ ਬਲੀਵ ਕਰ ਰਹੀ ਹਾਂਜੀ ਦੱਸ ਦਿਓ ਸਰ, ਡਿਊਟੀ ਕਿਹੜੀ ਲੱਗੀ ਆ? ਡੈਥ ਹੋਈ ਉਹਦੇ ਘਰ ਡਿਊਟੀ ਲੱਗੀ ਆਪਣੀ, ਜਿਹੜੀ ਸ਼ੇਰ ਸਿੰਘ ਦੀ। ਉਸ ਸੇ ਜਾਏਗੀ
ਮਾੜਾ ਜਿਹਾ ਬੋਲ ਦੋ, ਮਾੜਾ ਜਿਹਾ ਦੱਸ ਦਿਓ ਮਾੜਾ ਜਿਹਾ ਇਹਨੇ ਦੱਸ ਦਿਓ ਕਿ ਸ਼ੇਰ ਸਿੰਘ ਤੇ ਸਾਡੀ ਡਿਊਟੀ ਲੱਗੀ, ਆਪਾਂ ਪੋਸਟਮਾਰਟਮ ਕਰਾਣੀ ਬਾ ਇਹਨੇ ਕਹਿ ਦਿਓ। ਗੁਰਨਾਮ ਜੀ ਮਿਹਰਬਾਨੀ ਕਰਕੇ ਇਹ ਦੱਸ ਦਿਓ ਕਿ ਕੀ ਡਿਊਟੀ ਕੀ ਲੱਗੀ ਤੁਹਾਡੀ। ਹਾਂਜੀ ਸੋ ਦੇਖੋ ਜੀ ਇੰਨੀਆਂ ਬੰਦਸ਼ਾਂ ਨੇ ਕਿ ਪੁਲਿਸ ਕੁਝ ਬੋਲਣ ਨੂੰ ਵੀ ਤਿਆਰ ਨਹੀਂ ਆ। ਦੇਖ ਸਕਦੇ ਜੀ ਅਧਿਕਾਰੀ ਇੱਥੇ ਮੌਜੂਦ ਨੇ ਪਰ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ ਕਿ ਆਪਾਂ ਡਿਊਟੀ ਇਸ ਕਰਕੇ ਪਤਾ ਚੜਾਉਂਦੀ ਹੈ ਪੁਲਿਸ। ਕੋਈ ਨਾ ਕੋਈ ਪਿਛਲੀ ਗੱਲ ਹੁੰਦੀ ਹੈ।